ਪੰਜ ਦਰਿਆਵਾਂ ਦੀ ਜਿਹੜੀ ਧਰਤੀ ਆ ਉਹ ਇਹਨਾਂ ਨੇ ਫੋਟੋਆਂ 'ਚ ਵਿਰਸਾ ਪੈਕ ਕਰਕੇ ਰੱਖ ਲਿਆ ਆ। ਹਵੇਲੀਆਂ ਬਣਾਤੀਆਂ ਆ, ਸਿਰਫ ਆਪਾਂ ਨੂੰ ਵਿਰਸਾ ਉੱਥੇ ਹੀ ਮਿਲਦਾ, ਜਦਕਿ ਵਿਰਸਾ ਪੰਜਾਬ ਦੇ ਵਿੱਚ ਨਹੀਂ ਰਹਿ ਗਿਆ। कि ਅਸੀਂ ਆਪਣੀਆਂ ਫਸਲਾਂ ਇਹਨਾਂ ਨੂੰ ਫ੍ਰੀ 'ਚ ਦੇ ਦਈਏ, ਕਿੰਨੇ ਇੱਕ ਸਾਲ ਤੱਕ ਇੰਤਜ਼ਾਰ ਕਰੀਏ, ਕੋਈ ਵਿਆਜ ਨਹੀਂ, ਕੋਈ मतलब नहीं जी। ये बिल्कुल एक लॉलीपॉप है ਜਿਹੜਾ ਸਾਨੂੰ ਦੇ ਰਿਹਾ कि किसान चूसते रहन, किसान किस तरीके ਨਾਲ समझ जान, पर किसान ਇੰਨੇ ਹੁਣ ਬੁੱਧੂ ਨਹੀਂ ਹੈਗੇ, किसान समझदार हो चुके हैं। ਸਾਡੀਆਂ ਲਿਮਟਾਂ ਚੱਲੀਆਂ, ਸਾਡੇ ਤੇ ਵਿਆਜ ਪੈ ਰਿਹਾ ਵਾ, ਉਹਦਾ ਸਾਡੇ ਘਰ ਆ ਕੇ ਉਹਨਾਂ ਦੀਆਂ ਆਰਸੀਆਂ ਕੱਟੀਆਂ ਜਾਣ ਡੀਆਂ ਕਿਸਾਨਾਂ ਦੀਆਂ, ਉਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ। ਸਾਡੇ ਪੈਸੇ ਸਾਡੇ ਮਿੱਲਾਂ ਦੱਬ ਕੇ ਬੈਠੀਆਂ ਵਾ। ਕਿਸਾਨਾਂ ਨੂੰ ਕੁਝ ਵੀ ਫਰੀ ਦਾ ਨਹੀਂ ਚਾਹੀਦਾ, ਸਾਨੂੰ ਸਾਡੇ ਹੱਕ, ਸਾਡੀ ਫਸਲ ਦਾ ਜਿਹੜਾ MSP ਤੈਅ ਹੁੰਦੀ ਆ, ਸਾਨੂੰ ਉਹੀ ਦੇ ਦੇਣ, ਸਾਨੂੰ ਹਰਾਮ ਦਾ ਕੁਝ ਨਹੀਂ ਚਾਹੀਦਾ। रोजाना स्पोक्समैन देख रहे सारे ही देश के दर्शकों का मैं हरजीत का स्वागत करती हाँ। दर्शकों, जिथे गल करते हैं गाजीपुर बॉर्डर की, तो उन्होंने मोर्चा उत्थे संभालिया होया। किसानों ने पूरनपुर की गल आती है, यूपी दे विच पूरनपुर एक अजिही आपां कह सकते एक अजिहा जिला हैगा कि जिहड़ा जिथे पूरा पंजाब वसदा है। मिनी पंजाब की गल करते हैं तो उन्होंने मिनी पंजाब कहा जाता है। तो सारे वीर अज साडे नाल मौजूद है, गलबात कर लांगे। गाजीपुर बॉर्डर तो इत्थे पहुंचे ने। सब तो पहला स्वागत करते रोजाना स्पोक्समैन। वाहिगुरू जी का खालसा, वाहिगुरू जी की फतेह। मैं मनप्रीत सिंह अंदादा किसान यूनियन तो प्रधान पूरनपुर तो यूपी तो ਅਸੀਂ ਪਹੁੰਚੇ ਹੋਏ ਹਾਂ ਇੱਥੇ। ਤੇ ਜਦੋਂ ਦੇਖਿਆ ਇੱਥੇ ਲਗਾਤਾਰ ਜੋ ਸਾਡਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਤੇ ਸਾਡੇ ਉੱਥੇ ਕੋਈ ਸੰਖਿਆ ਘਟ ਰਹੀ ਸੀ ਤੇ ਪੰਜਾਬ ਵਾਲੇ ਵੀਰ ਬੜੇ ਜ਼ੋਰ ਸ਼ੋਰ ਨਾਲ ਵੱਧ ਰਹੇ ਸੀ। ਉਹਨਾਂ ਨੂੰ ਜਦੋਂ ਟੀਵੀ ਤੇ ਵੇਖੀਦਾ ਸੀ, ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਵੇਖੀਦਾ ਸੀ ਕਿ ਤੁਸੀਂ ਰੋਜ਼ ਉਹਨਾਂ ਨੂੰ ਲਾਈਵ ਕਰ ਰਹੇ ਕਿ ਇੰਨੇ ਟਰਾਲੀਆਂ ਇੰਨੇ ਆ ਰਹੇ। ਤੇ ਸਾਡੇ ਜਿਹੜੇ ਵੀਰ ਸਾਰੇ ਇਹਨਾਂ ਦੇ ਅੰਦਰ ਵੀ ਜੋਸ਼ ਆਇਆ ਕਿ ਅਸੀਂ ਜਦੋਂ ਸਾਨੂੰ ਪੰਜਾਬ, ਅਸੀਂ ਮਿਨੀ ਪੰਜਾਬ ਦੇ ਹਾਂ ਤੇ ਅਸੀਂ ਪੰਜਾਬ ਦਾ ਖੂਨ ਹੈ ਸਾਡੇ ਵਿੱਚ ਵੀ, ਅਸੀਂ ਕਿਉਂ ਨਹੀਂ, ਇਹਨਾਂ ਦੇ ਅੰਦਰ ਵੀ ਖੂਨ ਨੇ ਉਬਾਲਾ ਮਾਰਿਆ। ਇਹਨਾਂ ਨੇ ਮਿੰਟੋ ਮਿੰਟ ਹੀ ਤਿਆਰੀ ਕੀਤੀ ਤੇ ਸਾਰੇ ਜਾਣੇ ਅੱਜ 2-3 ਦਿਨ ਹੋ ਗਏ ਗਾਜੀਪੁਰ ਬਾਰਡਰ ਤੇ ਪਹੁੰਚੇ ਹੋਏ ਤੇ ਅੱਜ ਇਹਨਾਂ ਨੇ ਕਿਹਾ ਕਿ ਚਲੋ ਅਸੀਂ ਸਿੰਘੂ ਬਾਰਡਰ ਤੇ ਵੀ ਜਾਣਾ ਚਾਹੀਦਾ, ਇਹਨਾਂ ਨੇ ਵੀ ਇੱਥੇ ਵੀ ਵੇਖਣਾ ਚਾਹੀਦਾ, ਇੱਥੋਂ ਵਾਲੇ ਜਥੇਬੰਦੀਆਂ ਨਾਲ ਵੀ ਮਿਲਣਾ ਚਾਹੀਦਾ। ਤੇ ਉਸ ਤੋਂ ਬਾਅਦ ਇੱਕ ਗੋਲਡਨ ਹੱਟ ਵਾਲੇ ਜਿਹੜੇ ਰਾਣਾ ਵੀਰ ਜੀ ਜਿਨ੍ਹਾਂ ਦੀ ਇੰਨੀ ਸੇਵਾ ਚੱਲ ਰਹੀ ਆ ਤੇ ਉਹਨਾਂ ਨੂੰ ਵੀ ਦੇਖਿਆ ਕਈ ਚੈਨਲਾਂ ਦੇ ਮਾਧਿਅਮ ਨਾਲ ਲਗਾਤਾਰ ਉਹਨਾਂ ਨੂੰ ਵੀ ਅਸੀਂ ਸਮਰਥਨ ਦੇਣ ਆਏ ਆ। ਜਿੱਦਾਂ ਵੀ ਹੋਊਗਾ ਵੱਧ ਚੜ੍ਹ ਕੇ ਅਸੀਂ ਉਹਨਾਂ ਦੀ ਨਾਲ ਖੜਾਂਗੇ ਤੇ ਉਹਨਾਂ ਦੇ ਨਾਲ ਉਹਦੇ ਵਿੱਚ ਸੇਵਾ ਦੇ ਵਿੱਚ ਵੀ ਆਪਣਾ ਯੋਗਦਾਨ ਪਾਵਾਂਗੇ। ਗੱਲ ਜਦੋਂ ਆਂਦੀ ਆ ਪੂਰਨਪੁਰ ਦੀ ਕਿ ਯੂਪੀ ਦੇ ਵਿੱਚ ਅਜਿਹਾ ਇੱਕ ਜ਼ਿਲ੍ਹਾ ਜਿਹੜਾ ਪੂਰਨਪੁਰ ਹੈ ਜਿਹਦਾ ਨਾਮ ਮਸ਼ਹੂਰ ਹੈਗਾ, ਕਿਉਂਕਿ ਉਹਨੂੰ ਮਿਨੀ ਪੰਜਾਬ ਕਿਉਂ ਕਿਹਾ ਜਾਂਦਾ ਹੈ, ਕਿਉਂ ਉਹਨੂੰ मतलब कि ਉੱਥੇ ਇੰਨੀ ਮਿਨੀ ਪੰਜਾਬ ਦਿਲਾਂ 'ਚ ਵੱਸਦਾ ਕਹਿੰਦੇ ਲੋਕਾਂ ਦੇ, ਤੇ ਉੱਥੇ ਇਹ ਜ਼ਿਕਰ ਬੜਾ ਕੀਤਾ ਜਾਂਦਾ ਕਿ ਇੱਥੇ ਯੂਪੀ ਦੇ ਵਿੱਚ ਮਿਨੀ ਪੰਜਾਬ ਹੈ ਜੀ। ਬਿਲਕੁਲ, ਕਿਉਂਕਿ ਉੱਥੇ ਜਿਹੜੇ ਪਹਿਲਾਂ ਅੱਜ ਤੋਂ ਕਰੀਬ 30-40 ਸਾਲ ਪਹਿਲਾਂ ਬਜ਼ੁਰਗਾਂ ਨੇ ਉੱਥੇ ਇਹੋ ਜਿਹੇ ਅੱਡੇ ਜਮਾਏ ਹੋਏ ਆ ਕਿ ਜਿੱਦਾਂ ਪੰਜਾਬ 'ਚ ਹੂ ਬਿਲਕੁਲ ਪੰਜਾਬ ਹੀ ਬਣਾ ਕੇ ਰੱਖਿਆ ਹੋਇਆ। ਜਦੋਂ ਤੁਸੀਂ ਕਦੀ ਉੱਧਰ ਨੂੰ ਜਾਓ, ਕਦੇ ਆਪ ਜੀ ਨੂੰ ਮੌਕਾ ਮਿਲੇ ਉੱਧਰ ਉਸ ਬੰਨੇ ਜਾਣ ਦਾ, ਜਿਹੜੇ ਗਏ ਹੋਏ ਉਹਨਾਂ ਨਾਲ ਕਿਤੇ ਗੱਲਬਾਤ ਕਰਿਓ ਤੇ ਉਹ ਕਦੀ ਵੀ ਉਹਨੂੰ ਮਹਿਸੂਸ ਹੀ ਨਹੀਂ ਹੋਊਗਾ ਕਿ ਉੱਥੋਂ ਦਾ ਪਾਣੀ ਪੀ ਕੇ ਕਿ ਇਹ ਅਸੀਂ ਪੰਜਾਬ ਤੋਂ ਬਾਹਰ ਬੈਠੇ ਹਾਂ, ਜਾਂ ਉੱਥੋਂ ਦੇ ਪਰਿਵਾਰਾਂ ਨਾਲ ਮਿਲ ਕੇ ਕਿ ਉਹਨਾਂ ਦੀ ਜ਼ੁਬਾਨ 'ਚ ਕੋਈ ਫਰਕ ਆ, ਬੋਲਣ 'ਚ ਕੋਈ ਫਰਕ ਆ, ਕਿਸੇ ਤਰੀਕੇ ਦਾ ਕੋਈ ਫਰਕ ਮਹਿਸੂਸ ਹੀ ਨਹੀਂ ਹੁੰਦਾ। ਆਪਣੇ ਪਰਿਵਾਰ ਆਪਣੇ ਜਿੱਦਾਂ ਉੱਥੇ ਪੰਜਾਬ 'ਚ ਉੱਦਾਂ ਹੀ ਸਾਰੇ ਰੂਬਰੂ ਉੱਥੇ ਸਾਰੀਆਂ ਚੀਜ਼ਾਂ, ਇਸ ਕਰਕੇ ਉਹਨੂੰ ਮਿਨੀ ਪੰਜਾਬ ਕਿਹਾ ਜਾਂਦਾ। ਸਭ ਤੋਂ ਵੱਧ ਪੰਜਾਬੀ ਵੱਸਦੇ ਨੇ, ਸਭ ਤੋਂ ਵੱਧ ਪੱਗਾਂ ਉੱਥੇ ਵੱਸਦੀਆਂ ਨੇ। ਜਿੱਦਾਂ ਕਿ ਪੰਜਾਬ ਦੇ ਵਿੱਚ ਵੇਖਿਆ ਹੋਣਾ ਤੁਸੀਂ ਮੋਨੇ ਬਹੁਤ ਜ਼ਿਆਦਾ ਹੁੰਦੇ ਆ ਤੇ ਪਰ ਯੂਪੀ ਦੇ ਵਿੱਚ ਇੰਨਾ ਕੁ ਕਰੇਜ ਸਾਡੇ ਪੱਗਾਂ ਦਾ, ਇੰਨਾ ਕੁ ਕਰੇਜ ਆ, ਜ਼ਿਆਦਾਤਰ ਨੌਜਵਾਨ। ਕਿਵੇਂ ਸਿੱਖੀ ਸੰਭਾਲ ਕੇ ਰੱਖੀ ਉੱਥੇ ਲੋਕਾਂ ਨੇ, ਕਿਉਂ मतलब कि ਆਪਾਂ ਕਹਿ ਸਕਦੇ ਕਿ ਅਕਸਰ ਅਸੀਂ ਦੇਖਦੇ ਕਿ ਪੂਰੇ ਦੇਸ਼ ਦੇ ਵਿੱਚ ਹੀ ਕਿਤੇ ਨਾ ਕਿਤੇ ਚਲੋ ਪੰਜਾਬੀ ਹੁੰਦੇ ਨੇ ਪਰ ਜ਼ਿਆਦਾ ਮੋਨੇ ਵੀ ਹੁੰਦੇ ਨੇ, ਪਰ ਤੁਸੀਂ ਕਹਿ ਰਹੇ ਕਿ ਉੱਥੇ ਪੱਗਾਂ ਵਾਲੇ ਨੇ, ਵੀ ਕਿਵੇਂ ਉਹਨਾਂ ਨੇ ਸਿੱਖੀ ਸੰਜੋ ਕੇ ਰੱਖੀ? ਬਿਲਕੁਲ, ਉਹਨਾਂ ਨੂੰ ਇੱਦਾਂ ਇੱਕ ਕਰੇਜ ਹੋਇਆ ਕਿ ਅਸੀਂ ਪੰਜਾਬ ਇੱਦਾਂ ਨਾ ਉਸ ਹਿੰਦੂ ਇਲਾਕੇ ਦੇ ਵਿੱਚ ਜਿੱਥੇ ਹਿੰਦੀ ਪਰਿਵਾਰ ਰਹਿੰਦੇ, ਹਿੰਦੂ ਪਰਿਵਾਰ ਵੱਸਦੇ ਆ, ਉਹਦੇ ਵਿੱਚ ਆਪਣੇ ਆਪ ਨੂੰ ਇੱਕ ਵੱਖਰਾ ਦਿਖਾਉਣ ਦੇ ਲਈ ਭੀੜ ਦੇ ਵਿੱਚ, ਤੁਹਾਨੂੰ ਪਤਾ ਕਿ ਪੱਗ ਬੰਨ੍ਹਣ ਦੇ ਨਾਲ ਭੀੜ ਦੇ ਵਿੱਚ ਜਾਂਦਾ ਇਕੱਲਾ ਪਛਾਣਿਆ ਜਾਂਦਾ ਕਿ ਹਾਂ ਵੀ ਉਹ ਸਿੰਘ ਸਰਦਾਰ ਜਾਣ ਡਿਆ। ਤੇ ਜਦੋਂ ਤੁਸੀਂ ਭੀੜ ਦੇ ਵਿੱਚ ਗਲੀਆਂ ਦੇ ਵਿੱਚੋਂ ਦੇ ਗੁਜ਼ਰੋਗੇ, ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਗੁਜ਼ਰੋਗੇ, ਤੁਹਾਨੂੰ ਪੱਗਾਂ ਦੂਰੋਂ ਹੀ ਨਜ਼ਰ ਆਊਗੀਆਂ ਕਿ ਹਾਂ ਉਹ ਸਿੰਘ ਸਰਦਾਰ ਜਾਣ ਡਿਆ, ਸਾਰੀਆਂ ਪੱਗਾਂ ਦਿਖੂਗੀਆਂ। ਇਸ ਕਰਕੇ ਹੀ ਉਹਨਾਂ ਨੂੰ ਲੱਗਿਆ ਕਿ ਨਹੀਂ, ਪੱਗਾਂ ਸਾਨੂੰ ਬੰਨ੍ਹਣੀਆਂ ਬਹੁਤ ਜ਼ਰੂਰੀ ਆ। ਤੇ ਕਿਉਂਕਿ ਉਹ ਬਾਕੀ ਉੱਦਾਂ ਤਾਂ ਪਤਾ ਹੀ ਨਹੀਂ ਲੱਗਦਾ ਕਿ ਸਿੱਖ ਵੀਰ ਆ ਜਾਂ ਦੂਜਾ ਵੀਰ ਆ, ਤੇ ਇਸ ਕਰਕੇ ਪੱਗ ਨਾਲ ਵੱਖਰੀ ਪਛਾਣ ਬਣਾਈ ਹੋਈ ਆ ਆਪਣੀ, ਤਾਂ ਕਰਕੇ ਉੱਥੇ ਬਹੁਤ ਜ਼ਿਆਦਾ ਪੱਗਾਂ ਬੰਨ੍ਹਦੇ ਆ ਸਾਰੇ ਵੀਰ ਜੀ। ਜਦੋਂ ਗੱਲ ਕਰਦੇ ਆ ਯੂਪੀ ਦੀ, ਤੇ ਯੂਪੀ ਮਿਸ਼ਨ ਹੈ ਜਿਹੜਾ ਕਿਸਾਨ ਮੋਰਚੇ ਵੱਲੋਂ ਐਲਾਨਿਆ ਗਿਆ ਕਿ ਯੂਪੀ ਮਿਸ਼ਨ ਕੀਤਾ ਜਾਏਗਾ, ਤਾਂ ਕਿਵੇਂ ਦੇਖਦੇ ਹੋ ਤੁਸੀਂ ਇਸ ਕਾਲ ਨੂੰ? ਜੀ ਬਿਲਕੁਲ, ਇਸ ਕਾਲ ਨੂੰ ਅਸੀਂ ਬਿਲਕੁਲ ਬੜੇ ਹੀ
ਗਹਿਰੇ ਢੰਗ ਨਾਲ ਆਪਣੇ ਦਿਮਾਗਾਂ ਦੇ ਵਿੱਚ ਵਸਾ ਕੇ ਰੱਖਿਆ ਹੋਇਆ। ਯੂਪੀ ਮਿਸ਼ਨ ਨੂੰ ਅਸੀਂ ਜਿਹੜਾ ਯੂਪੀ ਮਿਸ਼ਨ ਉਹਨੂੰ ਜਿਹੜੇ ਯੂਪੀ ਦੇ ਵਿੱਚ ਬੀਜੇਪੀ ਨੂੰ ਅਸੀਂ ਬੁਰੀ ਤਰੀਕੇ ਨਾਲ ਹਰਾਉਣਾ ਵਾ, ਉਸ ਲਈ ਭਾਵੇਂ ਸਾਨੂੰ ਦਿਨ ਰਾਤ ਇੱਕ ਕਰਨਾ ਪਵੇ, ਭਾਵੇਂ ਭੁੱਖੇ ਰਹਿ ਕੇ ਸਾਨੂੰ ਮਿਹਨਤ ਕਰਨੀ ਪਵੇ, ਪਰ ਅਸੀਂ ਜਥੇਬੰਦੀਆਂ ਨੂੰ ਇੱਥੋਂ ਵੀ ਬੁਲਾਵਾਂਗੇ, ਪੰਜਾਬ ਦੀ ਜਥੇਬੰਦੀਆਂ ਨੂੰ ਵੀ ਬੁਲਾਵਾਂਗੇ, ਬਾਕੀ ਵੀ ਸਾਰੇ ਜਣੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਦਿਨ ਰਾਤ ਮਿਹਨਤ ਕਰਕੇ ਬੀਜੇਪੀ ਨੂੰ ਉੱਥੋਂ ਭਜਾ ਕੇ ਹੀ ਦਮ ਲਵਾਂਗੇ। ਵੈਸੇ ਸਰਕਾਰ ਦਾ ਕਿਸ ਤਰ੍ਹਾਂ ਦਾ ਦਬਦਬਾ ਉੱਤੇ, ਕਿਵੇਂ ਦਾ ਰਵੱਈਆ ਕਿਸਾਨਾਂ ਦੇ ਪ੍ਰਤੀ ਯੂਪੀ ਦੀ ਸਰਕਾਰ ਦਾ ਰਵੱਈਆ ਤਾਨਾਸ਼ਾਹੀ ਆ, ਤੇ ਉਹਨੂੰ ਕਿਸਾਨਾਂ ਦੇ ਪ੍ਰਤੀ ਕੀ ਆ, ਉਹਨੇ ਉੱਥੇ ਮਿਲੀ ਭਗਤ ਦੇ ਨਾਲ ਨਕਲੀ ਦਵਾਈਆਂ, ਨਕਲੀ ਖਾਦ ਪਾਣੀ, ਪੂਰਾ ਰੇਟ ਨਹੀਂ ਮਿਲਣਾ ਫਸਲਾਂ ਦਾ, ਔਰ ਜਿਹੜਾ ਇਲੈਕਸ਼ਨਾਂ ਦੇ ਵਿੱਚ ਜਿਹੜੀ ਸਰਕਾਰ ਨੇ ਖਿੱਚਾਂ ਤੂ ਕੀਤੀ ਆ, ਮਤਲਬ ਜ਼ਬਰਦਸਤੀ ਦੂਜੀਆਂ ਪਾਰਟੀਆਂ ਨੂੰ ਪਰਚੇ ਭਰਨ ਨਹੀਂ ਦਿੱਤੇ, ਪਰ ਉਹਦਾ ਫਿਰ ਵੀ ਕਿਸਾਨਾਂ ਨੇ ਇੰਨਾ ਕੁ ਜ਼ੋਰ ਲਾਇਆ ਕਿ ਉਹਨਾਂ ਦੇ ਜਿਹੜੇ ਪੰਚਾਇਤੀ ਚੁਣਾਵ ਹੋਏ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ। ਉਹਨਾਂ ਦੇ ਇੱਕ ਵੀ ਪ੍ਰਧਾਨ ਉਹਨਾਂ ਦਾ ਨਹੀਂ ਬਣ ਦਿੱਤਾ। ਉਸ ਤੋਂ ਬਾਅਦ ਇਹਨਾਂ ਨੇ ਧੱਕੇਸ਼ਾਹੀ ਕਰਨੀ ਸ਼ੁਰੂ ਕਰ ਦਿੱਤੀ ਕਿ ਦੂਜੀ ਪਾਰਟੀ ਵਾਲਿਆਂ ਨੂੰ ਪਰਚੇ ਨਹੀਂ ਭਰਨ ਦਿੱਤੇ, ਕਿਸੇ ਦੇ ਨਾਲ ਮਹਿਲਾ ਦੇ ਨਾਲ ਉਹਨਾਂ ਦੇ ਕੱਪੜਿਆਂ ਨੂੰ ਹੱਥ ਪਾਏ ਆ, ਉਹਨਾਂ ਦੇ ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ, ਲੜਾਈ ਝਗੜੇ ਕੀਤੇ, ਸਿਰ ਪਾੜੇ, ਗੋਲੀਆਂ ਤੱਕ ਚੱਲੀਆਂ, ਤੁਸੀਂ ਦੇਖਿਆ ਹੋਊਗਾ। ਬਿਲਕੁਲ ਇਹਦਾ ਮਤਲਬ ਸ਼ਰੇਆਮ ਗੁੰਡਾ ਰਾਜ ਚੱਲ ਰਿਹਾ ਕਿ ਅਸੀਂ ਬੀਜੇਪੀ ਨੂੰ ਉਹਦੀ ਸਰਕਾਰ ਬਣਾਉਣ ਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ, ਕੋਈ ਵੀ ਰਾਹ ਅਪਣਾਉਣਾ ਪਵੇ ਤੇ ਉਹ ਅਪਣਾਉਣ ਦਾ ਆਪਣਾ, ਪਰ ਅਸੀਂ ਇਹਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਾਂ। ਤੇ ਪੰਜਾਬ ਦੀ ਤਰਜ਼ ਤੇ ਆਉਣ ਵਾਲੇ ਸਮੇਂ 'ਚ ਜਦੋਂ ਵੀ ਉਹ ਰੈਲੀਆਂ ਕਰਨਗੀਆਂ ਅਸੀਂ ਕਾਲੇ ਝੰਡੇ ਦਿਖਾ ਕੇ ਉਹਨਾਂ ਨੂੰ ਮੁੜਦੇ ਪੈਰੀ ਵਾਪਸ ਮੋੜਾਂਗੇ। ਜੀ ਵੀਰ ਜੀ, ਹਾਲਾਤ ਕਿਵੇਂ ਦੇ ਨੇ ਯੂਪੀ ਦੇ, ਜਿਸ ਹਿਸਾਬ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਬਿਜਲੀ ਨੂੰ ਲੈ ਕੇ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਕਿਸਾਨਾਂ ਨੂੰ ਵੀ ਕੀਤਾ ਜਾ ਰਿਹਾ, ਆਮ ਲੋਕਾਂ ਨੂੰ ਵੀ ਕੀਤਾ ਜਾ ਰਿਹਾ ਹੈ। ਹਾਂਜੀ ਦੇਖੋ, ਪਰੇਸ਼ਾਨੀਆਂ ਤਾਂ ਸਾਰੀਆਂ ਹੈਗੀਆਂ ਹੀ ਨੇ, ਪਰ ਇਸ ਟਾਈਮ ਜੋ ਮੇਨ ਪਰੇਸ਼ਾਨੀਆਂ ਆਪਾਂ ਤੇ ਜਿਹੜੇ 3 ਕਾਲੇ ਕਾਨੂੰਨ ਥੋਪ ਦਿੱਤੇ ਗਏ ਆ, ਮੇਨ ਪਰੇਸ਼ਾਨੀ ਅਜੇ ਇਹਨਾਂ ਦੀ ਹੈ ਕਿ ਸਾਰਿਆਂ ਕਿਸਾਨਾਂ ਦਾ ਧਿਆਨ ਇਹਦੇ ਵੱਲ ਹੀ ਆ। ਔਰ ਬਾਕੀ ਰਹੀ ਗੱਲ ਲਾਈਟ ਦੀ, ਤੇ ਉਹ ਯੂਪੀ ਵਾਲਿਆਂ ਨੇ ਕਦੇ ਟੈਨਸ਼ਨ ਲਈ ਨਹੀਂ, ਕਿਉਂਕਿ ਸ਼ੁਰੂ ਤੋਂ ਹੀ ਕਿਸ ਤਰ੍ਹਾਂ ਚੱਲਦੀ ਹੈ ਫਿਰ ਉੱਥੇ। ਹਾਂਜੀ, ਧਾਨ ਲਾਤਾ ਲੋਕਾਂ ਨੇ ਆਪਣਾ ਡੇ ਆ, ਤਾਂ ਹੀ ਤਾਂ ਹੁਣ ਇੱਥੇ ਬਾਰਡਰ ਤੇ ਪਹੁੰਚੇ ਆ ਫ੍ਰੀ ਹੋ ਕੇ, ਧਾਨ ਲੱਗ ਚੁੱਕਿਆ ਆ ਔਰ ਇੰਜਣ ਚੱਲ ਰਹੇ ਨੇ ਡੀਜ਼ਲ ਤੇ। ਹਾਂਜੀ ਡੀਜ਼ਲ ਮਹਿੰਗਾ ਹੋ ਗਿਆ, ਲੇਕਿਨ ਕੋਈ ਗੱਲ ਨਹੀਂ, ਹੌਸਲੇ ਪੱਕੇ ਆ, ਹੌਸਲੇ ਨਹੀਂ ਹਾਰਦੇ। ਤੇ ਬਾਕੀ ਆ 3 ਕਾਲੇ ਕਾਨੂੰਨਾਂ ਦਾ ਆ, ਇਹ ਵਾਪਸ ਕਰਵਾ ਕੇ ਹੀ ਜਾਵਾਂਗੇ। ਤੇ ਬਾਕੀ ਲਾਈਟ ਦੀ ਕੋਈ ਟੈਨਸ਼ਨ ਨਹੀਂ ਹੈ, ਜੇ ਸਰਕਾਰ ਨੇ ਨਹੀਂ ਦੇਣੀ ਤਾਂ ਨਾ ਦੇਵੇ, ਪਰ ਆ ਜਿਹੜੇ 3 ਕਾਲੇ ਕਾਨੂੰਨ ਆ ਇਹ ਅਸੀਂ ਜ਼ਬਰਦਸਤੀ ਆਪਣੇ ਤੇ ਨਹੀਂ ਲੈ ਸਕਦੇ। ਜੀ ਤੁਸੀਂ ਦੇਖ ਸਕਦੇ ਹੋ ਕਿ ਹਰਿਆਣਾ ਦੇ ਚਾਹੇ ਪੰਜਾਬ ਦੇ ਕਿਸਾਨ ਇੱਥੇ ਬੈਠੇ ਹੋਏ ਸਿੰਘੂ ਬਾਰਡਰ ਤੇ, ਪਰ ਜੇ ਪੂਰੇ ਦੇਸ਼ ਦੇ ਮੁੱਦਿਆਂ ਦੀ ਗੱਲ ਕਰ ਲੈਂਦੇ ਆ ਤਾਂ ਸਾਰੇ ਮੁੱਦਿਆਂ ਤੇ ਕਿਸਾਨ ਹੀ ਅੱਗੇ ਹੋ ਕੇ ਲੜਦਾ ਹੈ। ਨਹੀਂ ਕਿ ਇੱਦਾਂ ਨਾ ਕਿਸਾਨ ਤੇ ਵਿਚਾਰਾ ਕੀ ਕਰੇ, ਉਹ ਸਵੇਰ ਤੋਂ ਲੈ ਕੇ ਜਦੋਂ ਸਵੇਰੇ ਉੱਠਦਾ, ਉਹ ਸਵੇਰੇ ਉੱਠਣ ਤੋਂ ਬਾਅਦ ਹੀ ਸਭ ਤੋਂ ਜ਼ਿਆਦਾ ਇੱਕ ਟੈਕਸ ਜਿਹੜਾ ਭਰਦਾ ਉਹ ਕਿਸਾਨ ਹੀ ਭਰਦਾ। ਸਾਰੇ ਬੰਨੇ ਕਿਸਾਨ ਇੱਕ ਵਾਰ ਇਹਨਾਂ ਨੂੰ ਸਰਕਾਰ ਨੂੰ ਲੱਗਦਾ ਕਮਾਈ ਜਿਹੜੀ ਆ ਸਭ ਤੋਂ ਜ਼ਿਆਦਾ ਕਿਸਾਨ ਤੋਂ ਹੀ ਹੋਣ ਡਈ ਆ, ਇਹਨਾਂ ਦੀ ਫਸਲਾਂ ਤੋਂ ਹੋਣ ਡਈ ਆ। ਉਹਨਾਂ ਨੂੰ ਕਿਸਾਨਾਂ ਨੂੰ ਵੀ ਆਪਣੇ ਵੱਸ 'ਚ ਕਰ ਲਿੱਤਾ ਜਾਵੇ, ਇਹਨਾਂ ਦੀਆਂ ਪੈਲੀਆਂ ਆਪਣੇ ਵੱਸ 'ਚ ਕਰ ਲਿੱਤੀਆਂ ਜਾਣ, ਇਹਨਾਂ ਨੂੰ ਦੁਖੀ ਪਰੇਸ਼ਾਨ ਕੀਤਾ ਜਾਵੇ, ਨਕਲੀ ਦਵਾਈਆਂ ਦੇ ਦੇ ਕੇ ਪਰੇਸ਼ਾਨ ਕਰਨ ਡਿਆ ਸਾਨੂੰ, ਕਿ ਇਹ ਕਿਸਾਨ ਇੰਨੇ ਕੁ ਹਰਾਸ਼ ਹੋ ਜਾਣ ਕਿ ਆਪਣੀਆਂ ਜ਼ਮੀਨਾਂ ਆਪ ਇਹਨਾਂ ਨੂੰ ਦੂਜੀਆਂ ਕੰਪਨੀਆਂ ਵਾਲਿਆਂ ਨੂੰ ਦੇ ਦੇਣ ਕਿ ਹਾਂ ਇਹ ਨਹੀਂ ਵੀ ਸਾਡੇ ਹੱਥ ਜੋੜੇ, ਸਾਡੇ ਕੋਲ ਖੇਤੀ ਨਹੀਂ ਹੋ ਪਾਉਣੀ। ਉਹ ਇਹੀ ਚਾਹੁਣ ਡੇ, ਇਸ ਕਰਕੇ ਉਹ ਸਾਨੂੰ ਪਰੇਸ਼ਾਨ ਕਰਨ ਡੇ, ਪਰ ਨਹੀਂ, ਫਿਰ ਵੀ ਮਹਾਰਾਜ ਦੀ ਕਿਰਪਾ ਸਦਕਾ ਸਾਡੇ ਹੌਸਲੇ ਬੁਲੰਦ ਆ ਤੇ ਅਸੀਂ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਇਹਨਾਂ ਦੀਆਂ ਉਹ ਹੈਗੀਆਂ ਵਾ ਮਨੋਕਾਮਨਾਵਾਂ ਕਦੀ ਪੂਰੀਆਂ ਨਹੀਂ ਹੋਣ ਦੇਵਾਂਗੇ ਜੀ। ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਤਾਂ ਕਿਸਾਨਾਂ ਵੱਲੋਂ ਪਾਰਲੀਮੈਂਟ ਘਿਰਾਓ ਦਾ ਮੌਨਸੂਨ ਸੈਸ਼ਨ ਨੂੰ ਦੇਖਦਿਆਂ ਹੋਇਆਂ ਉਹਨਾਂ ਨੇ ਐਲਾਨ ਕੀਤਾ ਹੋਇਆ, ਪਰ ਦੂਜੇ ਪਾਸੇ ਸਰਕਾਰ ਦੇ ਵੀ ਬਿਆਨ ਆਉਂਦੇ ਨੇ। ਕ੍ਰਿਸ਼ੀ ਮੰਤਰੀ ਤੁਸੀਂ ਦੇਖ ਸਕਦੇ ਹੋ ਨਰਿੰਦਰ ਤੋਮਰ ਜੀ, ਉਹਨਾਂ ਨੇ ਵੀ ਕਿਹਾ ਕਿ 1 ਲੱਖ ਕਰੋੜ ਰੁਪਈਆ ਅਸੀਂ ਕਿਸਾਨਾਂ ਨੂੰ ਦੇਵਾਂਗੇ ਖੇਤੀ ਮੰਡੀਆਂ ਦੇ ਜ਼ਰੀਏ। ਕੀ ਤੁਹਾਨੂੰ ਲੱਗਦਾ ਕਿ ਭਰੋਸਾ ਹੈਗਾ ਮਿਲੂਗਾ ਤੁਹਾਨੂੰ? ਜੀ ਇਹ ਬਿਲਕੁਲ ਇੱਕ ਲੋਲੀਪੌਪ ਹੈ ਜਿਹੜਾ ਸਾਨੂੰ ਦੇ ਰਿਹਾ ਕਿ ਕਿਸਾਨ ਚੂਸਦੇ ਰਹਿਣ, ਕਿਸਾਨ ਕਿਸ ਤਰੀਕੇ ਨਾਲ ਸਮਝ ਜਾਣ, ਪਰ ਕਿਸਾਨ ਇੰਨੇ ਹੁਣ ਬੁੱਧੂ ਨਹੀਂ ਹੈਗੇ, ਕਿਸਾਨ ਸਮਝਦਾਰ ਹੋ ਚੁੱਕੇ ਆ। ਸਾਡੀਆਂ ਗੰਨਿਆਂ ਦੇ ਪੇਮੈਂਟ ਤਾਂ ਸਾਨੂੰ ਦਿੱਤੀਆਂ ਨਹੀਂ, ਉਹਨਾਂ ਨੇ ਹੋਰ ਪੈਸੇ ਕਿੱਥੋਂ ਦੇਣੇ ਆ? ਸਾਡੇ ਕਈ ਮਹੀਨੇ ਕਈ ਸਾਲ ਹੋ ਚੱਲੇ ਗੰਨਿਆਂ ਦੀਆਂ ਪੇਮੈਂਟਾਂ ਰੁਕੀਆਂ ਹੋਈਆਂ। ਕਿਸਾਨ ਮਿੱਲਾਂ ਦੇ ਵਿੱਚ 1 ਮਹੀਨੇ 1.5 ਮਹੀਨੇ ਤੋਂ ਬੈਠੇ ਧਰਨੇ ਲਾ ਕੇ ਬੈਠੇ ਆ ਕਿ ਪੇਮੈਂਟਾਂ ਮਿਲ ਜਾਣ, ਅਸੀਂ ਆਪਣੇ ਘਰ ਦੇ ਰੋਜ਼ਗਾਰ ਚਲਾਉਣੇ ਆ। ਸਾਡੀਆਂ ਲਿਮਟਾਂ ਚੱਲੀਆਂ, ਸਾਡੇ ਤੇ ਵਿਆਜ ਪੈ ਰਿਹਾ ਵਾ, ਉਹਦਾ ਸਾਡੇ ਘਰ ਆ ਕੇ ਉਹਨਾਂ ਦੀਆਂ ਆਰਸੀਆਂ ਕੱਟੀਆਂ ਜਾਣ ਡੀਆਂ ਕਿਸਾਨਾਂ ਦੀਆਂ, ਉਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ। ਸਾਡੇ ਪੈਸੇ ਸਾਡੇ ਮਿੱਲਾਂ ਦੱਬ ਕੇ ਬੈਠੀਆਂ ਵਾ। ਕਈ ਹੋਰ ਇਦਾਂ ਦੀਆਂ ਜਿਹੜੇ ਰਾਈਸ ਬਕਾਇਆ ਜਿਹੜਾ ਰਹਿ ਚੁੱਕਾ ਹੈਗਾ ਕਈ ਹਜ਼ਾਰ ਕਰੋੜ ਰੁਪਈਆ ਜੋ ਕਿਸਾਨਾਂ ਦਾ ਬਾਕੀ ਹਾਲੇ ਤੱਕ 1 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਵਾ। ਕੀ ਅਸੀਂ ਆਪਣੀਆਂ ਫਸਲਾਂ ਇਹਨਾਂ ਨੂੰ ਫ੍ਰੀ 'ਚ ਦੇ ਦਈਏ? ਕਿੰਨੇ 1 ਸਾਲ ਤੱਕ ਇੰਤਜ਼ਾਰ ਕਰੀਏ? ਕੋਈ ਵਿਆਜ ਨਹੀਂ, ਕੋਈ ਮਤਲਬ ਨਹੀਂ। ਤੇ ਇਹਨਾਂ ਦਾ ਪੈਸਾ ਅਸੀਂ ਇੱਕ ਵਾਰੀ 6 ਮਹੀਨੇ ਯੂਜ਼ ਕਰਨਾ ਹੁੰਦਾ ਤਾਂ ਪਹਿਲਾਂ ਫੋਨ ਆਉਣ ਲੱਗ ਜਾਂਦੇ ਆ ਫਸਲ ਵੱਢਣ ਤੋਂ, ਭਈ ਆ ਜਾਓ ਵਿਆਜ ਜਮ੍ਹਾਂ ਕਰਾ ਜਾਓ ਉਹਦਾ ਆਪਣੀ ਉਹਨੂੰ 10 ਨਹੀਂ ਜੀ ਸਰ, ਯੂਪੀ ਦੇ ਵਿੱਚ 12% ਵਿਆਜ 13% ਵਿਆਜ ਬੈਂਕਾਂ ਦਾ ਹੈਗਾ ਵਾ ਜਿਹੜਾ ਸਾਨੂੰ ਦੇਣਾ ਪੈਂਦਾ ਵਾ। ਆਪਣੀ ਫਸਲ ਵੱਢਣ ਤੋਂ ਪਹਿਲਾਂ ਇਹਨਾਂ ਦਾ ਫੋਨ ਆਉਣੇ ਸ਼ੁਰੂ ਹੋ ਜਾਂਦੇ, ਭਾਜੀ ਉਹਨੂੰ ਆਪਣਾ ਰੀਨਿਊ ਕਰਾਓ। ਤੇ ਇਸ ਕਰਕੇ
ਕਿ ਬਹੁਤ ਜ਼ਿਆਦਾ ਮਾੜਾ ਹਾਲ ਕੀਤਾ ਵਾ, ਕਿਸਾਨਾਂ ਨੂੰ ਮਾਰਨ ਤੇ ਤੁੱਲੇ ਹੋਏ ਆ ਇਹ। ਬਾਕੀ ਜਿਹੜਾ ਨਰਿੰਦਰ ਤੋਮਰ ਜੀ ਨੇ ਬਿਆਨ ਦਿੱਤਾ ਕਿ ਇੰਨੇ ਲੱਖ ਕਰੋੜ ਰੁਪਈਆ ਕਿਸਾਨਾਂ ਨੂੰ ਮੰਡੀਆਂ ਦੇ ਥਰੂ ਦੇਵਾਂਗੇ, ਉਹਨਾਂ ਨੂੰ ਇੱਕ ਹੀ ਰਿਕੁਐਸਟ ਆ ਕਿ ਸਾਨੂੰ ਫ੍ਰੀ ਦਾ ਕੁਝ ਨਹੀਂ ਚਾਹੀਦਾ, ਕਿਸਾਨਾਂ ਨੂੰ ਕੁਝ ਵੀ ਫ੍ਰੀ ਦਾ ਨਹੀਂ ਚਾਹੀਦਾ। ਸਾਨੂੰ ਸਾਡੇ ਹੱਕ, ਸਾਡੀ ਫਸਲ ਦਾ ਜਿਹੜਾ MSP ਤੈਅ ਹੁੰਦੀ ਆ, ਸਾਨੂੰ ਉਹੀ ਦੇ ਦੇਣ। ਸਾਨੂੰ ਹਰਾਮ ਦਾ ਕੁਝ ਨਹੀਂ ਚਾਹੀਦਾ, ਸਾਨੂੰ ਅਹਿਸਾਨ ਨਹੀਂ ਇਹਨਾਂ ਦਾ ਚਾਹੀਦਾ। ਅਸੀਂ ਆਪਣੀ ਮਿਹਨਤ ਦਾ, ਆਪਣੀ 10 ਦੀ ਕਿਰਤ ਦੀ ਕਮਾਈ ਜਿਹੜੀ ਕਰਦੇ ਆ, ਉਹਦਾ ਹੱਕ ਮੰਗਦੇ ਆ। ਸਾਨੂੰ ਫ੍ਰੀ ਦਾ ਇਹ ਤੋਂ ਕੁਝ ਨਹੀਂ ਚਾਹੀਦਾ। ਬਾਕੀ ਇੱਕ ਕੁਐਸਚਨ ਤੁਸੀਂ ਪਹਿਲਾਂ ਕੀਤਾ ਸੀ ਕਿ ਪੂਰਨਪੁਰ ਜਿਹੜਾ ਮਿਨੀ ਪੰਜਾਬ ਆ, ਉੱਥੇ ਜ਼ਿਆਦਾ ਸਿੱਖੀ ਕਿਉਂ ਆ। ਤੁਹਾਡੀ ਨੌਲੇਜ ਦੀ ਤੁਹਾਨੂੰ ਦੱਸਦਾ ਕਿ ਪੰਜਾਬ ਇੱਕ ਵਿਰਸੇ ਦੀ ਗੱਲ ਕਰੇ ਤਾਂ ਪੰਜਾਬ 'ਚ ਵਿਰਸਾ ਫੋਟੋਆਂ ਵਿੱਚ ਰਹਿ ਗਿਆ ਆ, ਔਰ ਜਾਂ ਕਿ ਜਿਹੜੇ ਹਵੇਲੀਆਂ ਬਣੀਆਂ, ਪੀਰਾਂ ਦੀ ਧਰਤੀ ਕਹਿਣ ਵਾਲਾ ਪੰਜਾਬ ਅੱਜ ਹਾਂਜੀ 5 ਦਰਿਆਵਾਂ ਦੀ ਜਿਹੜੀ ਧਰਤੀ ਆ, ਉਹ ਇਹਨਾਂ ਨੇ ਫੋਟੋਆਂ 'ਚ ਵਿਰਸਾ ਪੈਕ ਕਰਕੇ ਰੱਖ ਲਿਆ ਆ, ਹਵੇਲੀਆਂ ਬਣਾਤੀਆਂ ਆ। ਸਿਰਫ ਆਪਾਂ ਨੂੰ ਵਿਰਸਾ ਉੱਥੇ ਹੀ ਮਿਲਦਾ, ਜਦਕਿ ਵਿਰਸਾ ਪੰਜਾਬ ਦੇ ਵਿੱਚ ਨਹੀਂ ਰਹਿ ਗਿਆ। ਜੇ ਤੁਸੀਂ ਵਿਰਸਾ ਵੇਖਣਾ, ਕਦੇ ਤੁਹਾਨੂੰ ਮੌਕਾ ਮਿਲੇ, ਤੁਸੀਂ ਪੂਰਨਪੁਰ ਖੇਤਰ 'ਚ ਆਇਓ। ਜਿਹੜਾ ਅਸਲੀ ਪੰਜਾਬੀ ਵਿਰਸਾ ਅੱਜ ਉਹ ਪੂਰਨਪੁਰ ਦੇ ਖੇਤਰ ਦੇ ਵਿੱਚ ਆ। ਅਸੀਂ ਅੱਜ ਵੀ ਆਪਣਾ ਵਿਰਸਾ ਸੰਭਾਲਿਆ ਹੋਇਆ ਆ, ਔਰ ਅਸੀਂ ਮਾਣ ਨਾਲ। ਕਿਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਫਿਰ? ਵੇਖੋ, ਪੁਰਾਣੇ ਕੱਚੇ ਘਰ ਨੇ ਅਜੇ ਵੀ, ਔਰ ਉਹੀ ਪਿਆਰ ਹੈ, ਉੱਦਾਂ ਹੀ ਰਲ ਮਿਲ ਕੇ ਸਾਰੇ ਰਹਿੰਦੇ ਆ। ਇੱਕ ਨੇ ਆਵਾਜ਼ ਮਾਰੀ, ਸਾਰਾ ਪਰਿਵਾਰ ਇਕੱਠਾ ਹੁੰਦਾ, ਹਰ ਇੱਕ ਬੰਦਾ ਆਪਣੇ ਰਿਸ਼ਤੇਦਾਰ ਨੂੰ ਮਿਲਦਾ। ਪੰਜਾਬ ਤਾਂ ਅਸੀਂ ਚਲੇ ਜਾਈਏ ਤੇ ਬਸ ਇੱਕ ਹੀ ਗੱਲ ਆ, ਭਾਜੀ ਤੁਸੀਂ ਬੈਠੋ, ਅਸੀਂ ਆਉਂਦੇ ਆ। ਉਹਨੇ ਚਿਰ ਨੂੰ ਅਗਲਾ ਦਿਨ ਚੜ ਜਾਂਦਾ, ਅਸੀਂ ਆਪ ਹੀ ਆਪਣੇ ਪੈਕ ਕਰਕੇ ਘਰਾਂ ਨੂੰ ਤੁਰ ਪਈਦਾ। ਔਰ ਸਾਡੇ ਇੱਥੇ ਕਿਤੇ ਪੰਜਾਬ ਵਾਲਿਆਂ ਪ੍ਰਾਹੁਣਿਆਂ ਨੇ ਆਉਣਾ ਹੋਵੇ, ਸਾਰਾ ਘਰ ਪਹਿਲਾਂ ਧੋ ਦਈਦਾ ਕਿ ਹਾਂ ਪੰਜਾਬੋਂ ਪ੍ਰਾਹੁਣੇ ਆਉਣੇ ਆ। ਇਹ ਵਿਰਸਾ ਅਸੀਂ ਸੰਭਾਲ ਕੇ ਰੱਖਿਆ। ਉਹੀ ਸਾਡੇ 'ਚ ਅਜੇ, ਉਹੀ ਸਾਡੀਆਂ ਨੌਵਾਂ ਧੀਆਂ 'ਚ ਸ਼ਰਮ ਆ, ਔਰ ਉਹੀ ਸਾਡੇ 'ਚ ਰਿਸਪੈਕਟ ਆ ਜਿਹੜੀ ਦੂਜਿਆਂ ਨੂੰ ਇੱਜ਼ਤ ਪੰਜਾਬ ਪਹਿਲਾਂ ਦਿੰਦਾ ਸੀ। ਔਰ ਪੰਜਾਬ ਕੋਲ ਅੱਜ ਕਿਸੇ ਰਿਸ਼ਤੇਦਾਰ ਲਈ ਟਾਈਮ ਨਹੀਂ ਹੈਗਾ, ਔਰ ਵਿਰਸਾ ਸਿਰਫ ਉਹਨਾਂ ਦਾ ਫੋਨਾਂ ਦੇ ਵਿੱਚ ਤੇ ਫੋਟੋਆਂ ਦੇ ਵਿੱਚ ਕੈਦ ਹੋ ਕੇ ਰਹਿ ਗਿਆ। ਔਰ ਰਹੀ ਸਿੱਖੀ ਦੀ ਗੱਲ, ਜੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਯੂਪੀ ਵੀ ਕਿਸੇ ਨਾਲੋਂ ਘੱਟ ਨਹੀਂ ਆ। ਇੱਥੇ ਵੀ ਬਹੁਤ ਮਹਾਨ ਸੰਤ ਨੇ, ਜਿਵੇਂ ਕਿ ਸਾਡੇ ਪੂਰਨਪੁਰ ਪੀਲੀਭੀਤ ਦੇ ਖੇਤਰ 'ਚ ਸੰਤ ਬਾਬਾ ਨਿਰਮਲ ਸਿੰਘ ਜੀ, ਜੋ ਕਿ ਭੂਰੀ ਵਾਲਿਆਂ ਦੇ ਨਾਂ ਤੋਂ ਮਸ਼ਹੂਰ ਨੇ, ਔਰ ਬਹੁਤ ਹੀ ਕਰਨੀ ਵਾਲੇ ਸੰਤ ਆ। ਬਹੁਤ ਹੀ ਸੰਗਤ ਨੂੰ ਉਹਨਾਂ ਨੇ ਗੁਰੂ ਦੇ ਨਾਲ ਜੋੜਿਆ ਹੋਇਆ ਹੈ। ਜ਼ਿਆਦਾਤਰ ਪੂਰਨਪੁਰ ਖੇਤਰ 'ਚ ਸਿੱਖੀ ਦਾ ਕਾਰਨ ਸੰਤ ਬਾਬਾ ਨਿਰਮਲ ਸਿੰਘ ਜੀ ਨੇ, ਕਿਉਂਕਿ ਹਰ ਇੱਕ ਬੰਦਾ ਉਹਨਾਂ ਦੀ ਬਹੁਤ ਹੀ ਰਿਸਪੈਕਟ ਆ, ਔਰ ਉਹਨਾਂ ਨੂੰ ਬਹੁਤ ਹੀ ਮੰਨਦਾ ਆ। ਤੇ ਤਾਂ ਕਰਕੇ, ਔਰ ਬਾਕੀ ਇਹ ਹਿੰਦੂ ਏਰੀਆ ਹੋਣ ਦੇ ਕਰਕੇ ਇੱਥੇ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਜਾਈਦਾ ਆ, ਔਰ ਆਪਾਂ ਨੂੰ ਪਿੱਛੋਂ ਕੋਈ ਹਿੰਦੂ ਆਵਾਜ਼ ਮਾਰਦਾ ਤਾਂ ਇਹ ਕਹਿੰਦਾ ਸਰਦਾਰ ਜੀ ਗੱਲ ਸੁਣੋ। ਔਰ ਜਦੋਂ ਸਰਦਾਰ ਜੀ ਕਹਿੰਦਾ ਇੱਕ ਪੱਗ ਦੇ ਕਰਕੇ, ਤੇ ਸਾਡਾ ਜਿਹੜਾ ਸੀਨਾ ਆ ਉਹ ਮਾਣ ਨਾਲ ਚੌੜਾ ਹੋ ਜਾਂਦਾ ਆ। ਤਾਂ ਕਰਕੇ ਜਿਹੜੀ ਪੂਰਨਪੁਰ ਦੇ ਸਿੱਖਾਂ ਨੇ ਸਭ ਤੋਂ ਜ਼ਿਆਦਾ ਸਿੱਖੀ ਸੰਭਾਲ ਕੇ ਰੱਖੀ ਹੋਈ ਹੈ। ਕੀ ਬਾਤ ਹੈ। ਬਾਪੂ ਜੀ ਕੀ ਕਹਿਣਾ ਚਾਹੋਗੇ ਤੁਸੀਂ? ਸਰਕਾਰ ਤਾਂ ਇਹ ਵੀ ਕਹਿੰਦੀ ਹੈ ਕਿ ਤੁਸੀਂ ਅੰਦੋਲਨ ਖਤਮ ਕਰ ਦਿਓ, ਅਸੀਂ ਗੱਲਬਾਤ ਕਰਨ ਲਈ ਤਿਆਰ ਆ। ਜਿਹੜਾ ਉਹ ਕਹਿ ਰਹੇ ਆ ਕਿ ਅੰਦੋਲਨ ਖਤਮ ਕਰ ਦਿਓ, ਇਹ ਅੰਦੋਲਨ ਬਿਲਕੁਲ ਖਤਮ ਨਹੀਂ ਹੋਗਾ। ਅਸੀਂ ਕਹਿੰਦੇ ਆ ਕਿ ਸਾਡੀਆਂ ਮੰਗਾਂ ਪੂਰੀਆਂ ਕਰ ਦਿਓ, ਕਾਨੂੰਨ ਵਾਪਸ ਕਰ ਦਿਓ, ਤੇ ਅਸੀਂ ਵਾਪਸ ਜਾਣ ਲਈ ਤਿਆਰ ਹੈ। ਸਾਨੂੰ ਵੀ ਤੁਰ, ਸਾਡੇ ਕੋਈ ਇੱਥੇ ਰਹਿਣ ਦਾ ਸ਼ੌਂਕ ਨਹੀਂ ਹੈਗਾ ਸਾਨੂੰ। ਅਸੀਂ ਵੀ ਮਜਬੂਰੀਆਂ ਖਾਤਰ ਇੱਧਰ ਘਰ, ਸਾਡੇ ਵੀ ਪਰਿਵਾਰ ਇਕੱਲੇ ਆ, ਤੇ ਸਾਡੇ ਵੀ ਪਰਿਵਾਰ ਇਕੱਲੇ ਆ। ਪਰਿਵਾਰਾਂ ਨੂੰ ਅਸੀਂ ਵੀ ਵੇਖਣਾ ਵਾ, ਆਪਣੀ ਖੇਤੀਬਾੜੀ ਵੀ ਵੇਖਣੀ। ਅਸੀਂ ਤਾਂ ਕਹਿੰਦੇ ਜਿੰਨੀ ਛੇਤੀ ਹੋਵੇ ਕਾਨੂੰਨ ਰੱਦ ਕਰੋ, ਅਸੀਂ ਆਪਣੇ ਘਰ ਨੂੰ ਜਾਈਏ। ਪਰ ਇਹਨਾਂ ਦਾ ਜਿਹੜਾ ਸਾਨੂੰ ਲੱਗਦਾ ਕਿ ਆਪਣੇ ਹੋਣ, ਜਿੰਨਾ ਚਿਰ BJP ਸਰਕਾਰ ਹੈ ਉਹਨਾਂ ਚਿਰ ਇਹਨਾਂ ਸਾਡੇ ਕਾਨੂੰਨ ਵਾਪਸ ਨਹੀਂ ਕਰਨੇ। ਇਹਨਾਂ ਨੇ ਸਰਕਾਰ ਡਿਗਾ ਕੇ ਹੀ, ਦੂਜੀ ਸਰਕਾਰ ਕੋ ਫੁੱਲ ਪਵਾ ਕੇ ਹੀ ਸਾਨੂੰ ਤੋਰਨਾ ਲੱਗਦਾ। ਹੁਣ ਮਤਲਬ ਕਿ ਰਾਜਨੀਤੀ ਨੂੰ ਬਦਲ ਕੇ ਹੀ, ਇਹ ਸਰਕਾਰਾਂ ਨੂੰ ਬਦਲ ਕੇ ਹੀ ਬਿੱਲ ਰੱਦ ਹੋ ਸਕਦੇ ਨੇ। ਕੀ ਕੀਤਾ ਜਾਵੇ ਫਿਰ, ਜਦੋਂ ਇਹ ਸਰਕਾਰ ਕਿਸੇ ਇੱਕ ਮੁੱਦੇ ਤੇ ਗੱਲ ਤੇ ਸੁਣ ਸਕਦੀ ਆ, ਗੱਲ ਕਰ ਸਕਦੀ ਆ ਵੀ ਆਹ ਕਾਨੂੰਨਾਂ 'ਚ ਤੁਹਾਨੂੰ ਆਹ ਫਾਇਦਾ ਵਾ, ਇਹ ਤੁਸੀਂ ਕਾਨੂੰਨਾਂ ਦੇ ਨਾਲ ਨਾ ਛੇੜਛਾੜ ਕਰਨ ਲਈ ਕਹੋ। ਇਹ ਕਾਨੂੰਨਾਂ 'ਚ ਤਾਂ ਫਾਇਦਾ ਬਹੁਤ ਆ, ਉਹ ਫਾਇਦਾ ਗਣਾਵੇ, ਉਹ ਦੱਸੇ ਵੀ ਕੀ ਸਾਨੂੰ ਬਚਦਾ ਵਾ, ਕੀ ਸਾਨੂੰ ਬਚੂਗਾ, ਕੀ ਅੱਗੇ ਹੋਊਗਾ। ਉਹ ਗੱਲ ਕਰਨ ਨੂੰ ਕਿਉਂ ਤਿਆਰ ਨਹੀਂ ਗਈ? ਜਿਹਨੂੰ ਉਹ ਗੱਲ ਕਰਨ ਨੂੰ ਤਿਆਰ ਨਹੀਂ ਗਈ, ਉਲਟਾ ਸਾਡੇ ਉੱਤੇ ਇੱਕ ਮੁਕੱਦਮੇ ਦਰਜ ਕਰਕੇ ਜਾਂ ਉਹ ਕਰਕੇ ਜਿੰਨਾ ਵੀ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾਵੇ, ਇਹਦੇ ਨਾਲ ਸਾਨੂੰ ਹਤਾਸ਼ ਕਰਨ ਵਾਲੀ ਇਹ ਗੱਲ ਹੋ ਗਈ ਨਾ। ਇਹਦੇ ਨਾਲ ਇਹ ਤਾਂ ਨਾ ਹੋਊਗੀ, ਜਿਹੜਾ ਮੁੱਦਾ ਵਾ ਉਹ ਤੇ ਸਾਰਾ ਬਹਿ ਕੇ ਹੀ ਹੱਲ ਹੋ ਸਕਦਾ ਨਾ। ਅਸੀਂ ਬਈਏ, ਸਰਕਾਰ ਬਵੇ, ਸਾਡੇ ਨਾਲ ਆਮਣ ਸਾਹਮਣੇ ਗੱਲ ਹੋਵੇ। ਜਦੋਂ ਸਰਕਾਰ ਸਾਡੇ ਲਈ ਗੱਲ ਨਹੀਂ ਸੁਣੂਗੀ, ਸਾਡੀ ਗੱਲ ਨਹੀਂ ਕਰੂਗੀ, ਸਾਡਾ ਫਰਜ਼ ਇਹ ਬਣਦਾ ਅਸੀਂ ਸਰਕਾਰ ਨੂੰ ਜੜ੍ਹਾਂ ਤੋਂ ਉਖਾੜ ਦਈਏ। ਪਹਿਲੋਂ ਅਸੀਂ ਵਿਧਾਨ ਸਭਾ 'ਚ ਖਾੜਾਂਗੇ ਇਹਨਾਂ ਨੂੰ, ਫਿਰ ਲੋਕ ਸਭਾ ਦੀਆਂ ਚੋਣਾਂ ਆਉਣਗੀਆਂ। ਕੋਈ ਗੱਲ ਨਹੀਂ, ਦੇਰ ਆ ਅੰਧੇਰ ਤੇ ਨਹੀਂ। ਅੱਜ ਸਾਡੀ ਜੇ ਗੱਲ ਨਾ ਸੁਣੂਗੀ ਤੇ ਕੱਲ ਨੂੰ ਸਾਡੀ ਸਰਕਾਰ ਹੋਊਗੀ, ਸਾਡੇ ਚੁਣੇ ਹੋਏ ਨੁਮਾਇੰਦੇ ਹੋਣਗੇ। ਅਸੀਂ ਆ ਜਿੰਨਾ ਵੀ ਕੁਛ ਕਾਲੇ ਬਿੱਲ ਹੈ ਨਾ, ਕੋਈ ਗੱਲ ਨਹੀਂ ਨਾ ਉਦੋਂ ਤੱਕ ਵਾਪਸ ਕਰੇ, ਉਹ ਆਟੋਮੈਟਿਕ ਸਾਡੀ ਸਰਕਾਰ ਕਰੂਗੀ ਜਿਹੜੀ ਅਸੀਂ ਚੁਣੀ ਹੋਊਗੀ। ਹੁਣ ਅਸੀਂ ਜਿਹੜਾ ਵਾ ਅੱਖਾਂ ਬੰਦ ਕਰਕੇ ਨਹੀਂ ਰੱਖਣੀਆਂ,
ਅਸੀਂ ਅੱਖਾਂ ਖੋਲ ਕੇ ਦਿਮਾਗ ਖੋਲ ਕੇ ਇਹ ਚੁਣਾਵ ਜਿਹੜੇ ਆਉਣੇ ਆ ਜੀ ਉਸ ਦਾ ਇਹ ਨਹੀਂ ਅੱਗੇ ਤੇ ਐ ਹੁੰਦਾ ਸੀਗਾ ਆਪਾਂ ਸੋਚ ਲੈਨੇ ਪਾਰਟੀ ਨੇ ਖੜਾ ਕਰ ਦਿੱਤਾ ਮੈਂਬਰ ਤੇ ਚਲੋ ਅਸੀਂ ਵੋਟਾਂ ਦਈਏ। ਹੁਣ ਜਿਹੜਾ ਸਾਡੇ ਲਈ ਖੜਾ ਵਾ, ਜਿਹੜਾ ਸਾਡੀ ਗੱਲ ਕਰਦਾ, ਅਸੀਂ ਵੋਟਾਂ ਉਹਨਾਂ ਨੂੰ ਦੇਵਾਂਗੇ, ਜੀ ਉਹਨਾਂ ਨੂੰ ਜਿਤਾਵਾਂਗੇ, UP ਚ ਉਹਨਾਂ ਨੂੰ ਬਹੁਤ ਪਾਰਲੀਮੈਂਟ 'ਚ ਜ਼ਿਆਦਾ ਲਿਆਵਾਂਗੇ, ਉਹਨਾਂ ਨੂੰ ਵਿਧਾਨ ਸਭਾ 'ਚ ਲਿਆਵਾਂਗੇ। ਜੀ ਤੇ ਇਹ ਜਿਹੜੀ ਹੈ ਸਾਡੀ ਜ਼ਿੰਮੇਵਾਰੀ, ਬਾਕੀ ਉਹਨਾਂ ਦੀ ਜ਼ਿੰਮੇਵਾਰੀ। ਬਿਲਕੁਲ। ਅੱਗੇ ਗੁਰੂ ਰੱਖਾ, ਨਹੀਂ ਤੇ ਇਸੇ ਤਰ੍ਹਾਂ ਹੀ ਫੇਰ ਕਿਸਾਨ ਆਉਣਗੇ, ਅੰਦੋਲਨ ਕਰਨਗੇ, ਜੀ ਫਿਰ ਉਹਦੇ ਤੀਜੀ ਸਰਕਾਰ ਵੇਖੀ ਜਾਊ। ਬਿਲਕੁਲ। ਵਾਹਿਗੁਰੂ ਜੀ ਕਾ ਖਾਲਸਾ ਬਾਪੂ ਜੀ, ਵਾਹਿਗੁਰੂ। ਫਿਰ ਯੂਪੀ ਦੇ ਪੂਰੇ ਕਿਸਾਨ ਜਾਗਰੂਕ ਹੋ ਚੁੱਕੇ ਨੇ ਇਸ ਦੇ ਪ੍ਰਤੀ ਕਿ ਜਿਹੜਾ ਯੂਪੀ ਮਿਸ਼ਨ ਕੀਤਾ ਜਾਣਾ ਹੈ, ਬੀਜੇਪੀ ਦਾ ਸਫਾਇਆ ਕੀਤਾ ਜਾਣਾ ਤਾਂ ਪੂਰੀ ਤਰ੍ਹਾਂ ਕੀਤਾ ਜਾਊਗਾ ਫਿਰ। ਵੇਖੋ ਜਿੱਥੋਂ ਤੱਕ ਸਫਾਇਆ ਦੀ ਗੱਲ ਹੈ ਤੇ ਪੰਜਾਬ ਦੇ ਵਿੱਚ ਵੀ ਹੋ ਚੁੱਕਾ ਹੂੰ। ਤੇ ਯੂਪੀ ਦੇ ਵਿੱਚ ਵੀ ਹੋ ਚੁੱਕਾ, ਬਿਲਕੁਲ। ਹੋਰਨਾਂ ਸਟੇਟਾਂ ਜੇ ਸਾਡੇ ਹਰਿਆਣੇ ਵਾਲੇ ਵੀਰ ਇਹਨਾਂ ਦੇ ਅੰਦਰ ਵੀ ਹੋ ਚੁੱਕਾ, ਜਿਹਨੂੰ 4-5 ਸਟੇਟਾਂ ਹੁਣ ਮਮਤਾ ਬਨਰਜੀ ਦਾ ਇੱਕੋ ਹੀ ਕਹਿਣਾ, ਇੱਕ ਐਡੀ ਮਤਲਬ ਇਮਾਨਦਾਰ ਲੇਡੀ, ਉਹਦੇ ਵਿਰੁੱਧ ਇੰਨੇ ષੜਯੰਤਰ ਤੁਸੀਂ ਵੇਖਿਆ ਹੋਵੇਗਾ ਵੀ ਉਹ ਮਤਲਬ ਜੇ ਉਹਨੇ ਪੱਟੀ ਬੱਧੀ ਆ ਜਾਂ ਕੁਛ ਆ ਤਾਂ ਕਹਿੰਦੇ ਵੀ ਮਤਲਬ ਕਹਿਣ ਦਾ ਕਿਹੜੇ ਢੰਗ ਦੇ ਕੱਪੜੇ ਉਹਨੇ ਆਖਿਆ ਸੀਗਾ, ਹੁਣ ਮੈਂ ਕਹਿ ਨਹੀਂ ਸਕਦਾ ਜਿਹੜਾ ਉਹਨਾਂ ਨੇ ਆਪਣੇ ਲਫ਼ਜ਼ ਬੋਲੇ ਸੀਗੇ। ਇਹੋ ਜਿਹੀ ਇੱਕ ਲੇਡੀ ਨੂੰ ਕਹਿਣਾ ਅੱਜ ਤੱਕ ਸ਼ੋਭਾ ਨਹੀਂ ਕਿਸੇ ਨੂੰ ਦਿੱਤਾ ਤੇ ਨਾ ਇਹਨਾਂ ਨੂੰ ਦੇਵੇਗਾ। ਇਹਨਾਂ ਦੇ ਇੰਨੀ ਬੁਰੀ ਦੁਰਦਸ਼ਾ ਹੋਵੇਗੀ ਕਿ ਇਹਨਾਂ ਖੁਦ ਪਛਤਾਉਣਾ ਪਵੇਗਾ ਵੀ ਅਸੀਂ ਉਹਨੂੰ ਵੀ ਬੁਰਾ ਬੋਲਿਆ ਸੀ, ਅਸੀਂ ਕਿਸਾਨਾਂ ਨੂੰ ਵੀ ਬੁਰਾ ਬੋਲਿਆ ਸੀਗਾ, ਅਸੀਂ ਆਹ ਕਾਨੂੰਨ ਥੋਪ ਦਿੱਤੇ। ਪਰ ਇਹ ਜਿਸ ਤਰ੍ਹਾਂ ਕਾਂਗਰਸ ਦਾ ਸਫਾਇਆ ਹੋਇਆ ਸੀ ਨਾ ਕਿਸੇ ਟਾਈਮ, ਹੁਣ ਕਾਂਗਰਸ ਨੂੰ ਸੋਝੀ ਆਈ ਆ, ਉਸੇ ਤਰ੍ਹਾਂ ਯੂਪੀ ਦੇ ਵਿੱਚ ਕੀ ਪੂਰੇ ਇੰਡੀਆ ਦੇ ਵਿੱਚ ਬੀਜੇਪੀ ਦਾ ਸਫਾਇਆ ਹੋਵੇਗਾ, ਇਸ ਨੂੰ ਸੋਝੀ ਆਵੇਗੀ ਤੇ ਇੱਥੇ ਉਹੋ ਹੀ ਹੋਵੇਗਾ ਜੋ ਕਿਸਾਨ ਚਾਹੇਗਾ, ਕਿਉਂਕਿ ਕਿਸਾਨ ਤੇ ਇੱਕ ਵੱਡੀ ਤਾਦਾਦ 'ਚ ਆ। ਬਿਲਕੁਲ ਕਿਸਾਨ ਨੇ ਹੁਣ ਪਹਿਚਾਨ ਲਿਆ ਆਪਣੇ ਆਪ ਨੂੰ। ਪਹਿਲਾਂ ਤਾਂ ਸਾਨੂੰ ਵੀ ਨਹੀਂ ਪਤਾ ਕਿਸਾਨ ਕੀ ਕਰ ਸਕਦਾ, ਬਿਲਕੁਲ ਅਜੇ ਤੱਕ ਇੰਨੀ ਉਮਰ ਹੋ ਗਈ ਨਹੀਂ ਪਤਾ, ਪਰ ਹੁਣ ਪਤਾ ਅਸੀਂ ਕੀ ਕਰ ਸਕਦੇ ਹਾਂ। ਜੀ। ਅਸੀਂ ਉਹ ਕੁਝ ਕਰ ਸਕਦੇ ਹਾਂ ਜੋ ਸਰਕਾਰ ਅਜੇ ਸੋਚ ਨਹੀਂ। ਹੌਸਲੇ ਬੁਲੰਦ ਨੇ ਹੌਸਲੇ ਬੁਲੰਦ ਜੀ ਹੌਸਲੇ ਬੁਲੰਦ ਨੇ। ਇਹਨਾਂ ਹੌਸਲਿਆਂ ਦੇ ਵਿੱਚ ਹੀ ਇਹ ਜਿਹੜਾ ਵਾ ਅਸੀਂ ਇਹਨਾਂ ਨੂੰ ਉਹ ਸਬਕ ਦੇਵਾਂਗੇ ਜਿਹੜੇ ਇਹਨਾਂ ਨੂੰ ਅਜੇ ਤਾਂ ਨਹੀਂ ਯਾਦ, ਇਹਨਾਂ ਨੂੰ ਨਾ ਅਜੇ ਤੇ ਹਕੂਮਤ 'ਚ ਆ, ਹਕੂਮਤ ਦਾ ਨਸ਼ਾ ਬਹੁਤ ਤਗੜਾ ਹੁੰਦਾ, ਉਹ ਹਰ ਇੱਕ ਬੰਦੇ ਦੇ ਵਿੱਚ ਬੋਲਦਾ ਵਾ, ਇਹਨਾਂ 'ਚ ਵੀ ਬੋਲਣ ਡਿਆ ਵਾ। ਪਾਰਲੀਮੈਂਟ ਘਰਾਓ ਕੀਤਾ ਜਾਣਾ ਆ, ਫਿਰ ਤੁਹਾਡੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਸਾਡੇ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਾਰਲੀਮੈਂਟ ਘਰਾਉਦੀਆਂ, ਤੇ ਜੇ ਇਸੇ ਤਰ੍ਹਾਂ ਹੀ ਰਿਹਾ ਤੇ ਅੱਗੇ ਹੋਰ ਵੀ ਇੱਕ ਜਿਹੜੇ ਕਿਸਾਨ ਲੀਡਰ ਨੇ ਉਹ ਫੈਸਲੇ ਇਸ ਤੋਂ ਕਰਦੇ ਰਹਿਣਗੇ। ਇਹ ਨਾ ਸੋਚਣ ਵੀ ਇਹ ਮਤਲਬ ਨਹੀਂ ਮੰਨਣਗੇ, ਕਿਵੇਂ ਨਹੀਂ ਮੰਨਣਗੇ, ਇਹਨਾਂ ਨੂੰ ਮੰਨਣਾ ਪਵੇਗਾ। ਜੀ ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕੋ, ਤੁਸੀਂ ਦੇਖਿਆ ਕਿ ਇਹ ਸੀ ਪੂਰਨਪੁਰ ਦੇ ਕਿਸਾਨ ਜਿਹੜੇ ਕਿ ਯੂਪੀ ਤੋਂ ਆਏ ਨੇ, ਤਾਂ ਅੱਜ ਇੰਨੇ ਹੌਸਲੇ ਬੁਲੰਦ ਨੇ। ਉਹਨਾਂ ਦਾ ਕਹਿਣਾ ਕਿ ਅਸੀਂ ਯੂਪੀ ਮਿਸ਼ਨ 'ਚ ਦੱਸਾਂਗੇ ਕਿ ਕਿਸ ਤਰ੍ਹਾਂ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਅੱਜ ਤੱਕ ਪੂਰੇ ਨਹੀਂ ਹੋਏ। ਤਾਂ ਸਫਾਇਆ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ, ਤਾਂ ਕਿਸਾਨਾਂ ਦੇ ਹੌਸਲੇ ਬੁਲੰਦ ਹੈ। ਪਾਰਲੀਮੈਂਟ ਨੂੰ ਲੈ ਕੇ ਵੀ ਆਪਣੇ ਜਿਹੜੇ ਤਿਆਰੀਆਂ ਉਹ ਕੀਤੀਆਂ ਜਾ ਰਹੀਆਂ ਨੇ। ਸੋ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ। ਕੈਮਰਾਮੈਨ ਜੰਗਬੀਰ ਦੇ ਨਾਲ ਮੈਂ ਹਰਜੀਤ ਕੌਰ, ਧੰਨਵਾਦ।